ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਆਪਾਂ ਪਹੁੰਚੇ ਹੋਏ ਹਾਂ ਸੈਨ ਫਰਾਂਸਿਸਕੋ ਦੇ ਵਿੱਚ, ਜਿੱਥੇ ਕਿ ਪਾਤਸ਼ਾਹੀ ਰੈਲੀ ਅਤੇ ਨਗਰ ਕੀਰਤਨ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸਜਾਇਆ ਜਾ ਰਿਹਾ ਆ। ਮੇਰੇ ਨਾਲ ਇਸ ਟਾਈਮ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਜੁੜੇ ਹੋਏ ਆ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਵੈਸਟ ਕੋਸਟ ਦੇ ਉੱਤੇ ਸੈਨ ਫਰਾਂਸਿਸਕੋ। ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ 14ਵਾਂ ਸਾਲ ਆ ਇਸ ਨਗਰ ਕੀਰਤਨ ਦਾ, ਇਸ ਪਾਤਸ਼ਾਹੀ ਰੈਲੀ ਦਾ। ਕੈਲੀਫੋਰਨੀਆ ਦੀ ਫਾਈਨੈਂਸ਼ੀਅਲ ਰਾਜਧਾਨੀ ਦੇ ਵਿੱਚ ਇਸ ਨਗਰ ਕੀਰਤਨ, ਇਸ ਪਾਤਸ਼ਾਹੀ ਰੈਲੀ ਦੀ ਕੀ ਇੰਪੋਰਟੈਂਸ ਆ? ਦੇਖੋ, ਜਿਸ ਸ਼ਹਿਰ 'ਚ ਅਸੀਂ ਖੜੇ ਹਾਂ ਸੈਨ ਫਰਾਂਸਿਸਕੋ, ਜਿੱਥੇ ਕਿ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਤੇ ਸਾਡਾ ਕੌਮੀ ਟੀਚਾ ਜਿਹਦੇ ਲਈ ਫਰੀडम ਮਾਰਚ ਲਫ਼ਜ਼, ਇਹ 14ਵੀਂ ਜਿਹੜੀ ਸਿੱਖ ਡੇ ਪੈਰੇਡ ਵੀ ਇਸਨੂੰ ਅਸੀਂ ਕਹਿ ਸਕਦੇ ਹਾਂ, ਉਹ ਅਸੀਂ ਕਰਨ ਜਾ ਰਹੇ ਹਾਂ। ਸੈਨ ਫਰਾਂਸਿਸਕੋ ਨਾ ਸਿਰਫ ਇੱਕ ਕਮਰਸ਼ੀਅਲ ਕੈਪੀਟਲ ਹੈ, ਇੱਕ ਜ਼ਮਾਨਾ ਸੀ ਕਿ ਇੰਟਰਨੈਸ਼ਨਲ ਕਾਨਫਰੰਸਿਸ ਅਮਰੀਕਾ ਦੇ ਵਿੱਚ ਵਾਸ਼ਿੰਗਟਨ, ਸ਼ਿਕਾਗੋ, ਸੈਨ ਫਰਾਂਸਿਸਕੋ, ਇਹ ਲਫ਼ਜ਼ ਇੰਟਰਨੈਸ਼ਨਲੀ 20ਵੀਂ ਸਦੀ ਦੀ ਬਿਗਨਿੰਗ 'ਚ ਵੀ ਨੋਨ ਸੀ। ਪਰ ਇੱਕ ਗੱਲ ਸ਼ਾਇਦ ਬਹੁਤ ਸਾਰਿਆਂ ਨੂੰ ਅੰਦਾਜ਼ਾ ਨਾ ਹੋਏ ਕਿ 10 ਦਸੰਬਰ 1948 ਨੂੰ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ ਯੂਨਾਈਟਿਡ ਨੇਸ਼ਨਸ ਨੇ ਲਿਖਿਆ, ਉਹ 50 ਮੁਲਕਾਂ ਦੇ ਨੁਮਾਇੰਦੇ ਸੈਨ ਫਰਾਂਸਿਸਕੋ 'ਚ ਇਕੱਠੇ ਹੋਏ ਸੀ। ਔਰ ਜਿਸ ਸਿਵਿਕ ਸੈਂਟਰ ਦੇ ਸਾਹਮਣੇ ਜਾ ਕੇ ਸਾਡੀ ਇਹ ਪੈਰੇਡ ਮੁੱਕਣੀ ਹੈ, ਉੱਥੇ ਉਹਦੇ ਤੇ ਦਸਤਖਤ ਕੀਤੇ ਸੀ, ਜਿਹਦੇ 'ਚ ਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੁੱਢਲਾ ਹੱਕ ਮੰਨਿਆ ਗਿਆ ਸੀ। ਸੋ ਜਿਵੇਂ ਵਾਸ਼ਿੰਗਟਨ ਡੀਸੀ, ਜਿੱਥੇ ਅਸੀਂ ਇਕੱਠੇ ਸੀ 2 ਦਿਨ ਪਹਿਲਾਂ, ਉਹ ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ, ਲਾਅ ਮੇਕਰਸ ਦੀ ਕੈਪੀਟਲ ਹੈ, ਡਿਸੀਜਨ ਮੇਕਿੰਗ ਉੱਥੋਂ ਹੁੰਦੀ ਹੈ। ਉੱਥੇ ਸੈਨ ਫਰਾਂਸਿਸਕੋ ਦੀ ਇਸ ਹਵਾਲੇ ਨਾਲ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਅਸੀਂ ਜੂਝ ਰਹੇ ਹਾਂ, ਔਰ ਇਸ ਸ਼ਹਿਰ 'ਚ 50 ਮੁਲਕਾਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਯੂਨਾਈਟਿਡ ਨੇਸ਼ਨਸ ਦੀ ਜਿਹੜਾ ਚਾਰਟਰ ਜਾਰੀ ਕੀਤਾ ਸੀ। ਅੱਜ ਉਸੇ ਯੂਨਾਈਟਿਡ ਨੇਸ਼ਨਸ ਦੇ 193 ਮੁਲਕ ਮੈਂਬਰ ਨੇ। ਤੁਸੀਂ ਅੰਦਾਜ਼ਾ ਲਾਓ ਵੀ ਇਸ ਪੀਰੀਅਡ ਦੇ ਵਿੱਚ ਕਿੰਨੇ ਮੁਲਕ, ਨਵੇਂ ਮੁਲਕ ਬਣੇ ਨੇ। ਔਰ ਉਹ ਦਿਨ ਦੂਰ ਨਹੀਂ ਹੈ ਜਦੋਂ 193 ਮੁਲਕਾਂ ਦੇ ਨਾਲ 194 ਮੁਲਕ ਖਾਲਿਸਤਾਨ ਦਾ ਝੰਡਾ ਵੀ ਉੱਥੇ ਵੀ ਤੇ ਇੱਥੇ ਵੀ ਨਾਲ ਲਹਿਰਾ ਰਿਹਾ ਹੋਵੇ। ਡਾਕਟਰ ਸਾਹਿਬ 250 ਸਾਲਾ ਅਮਰੀਕਾ ਦੀ ਆਜ਼ਾਦੀ ਦਾ ਆਪੇ ਸਾਲ ਦੇ ਵਿੱਚ ਆ, 42 ਸਾਲ ਖਾਲਿਸਤਾਨ ਦੇ ਐਲਾਨਨਾਮੇ ਨੂੰ ਜਿਹੜੇ ਉਹ 40 ਸਾਲ ਜਿਹੜੇ ਉਹ ਹੋ ਚੁੱਕੇ ਆ। ਇਹ ਦੋਨੋਂ ਨੰਬਰ ਇੰਪੋਰਟੈਂਟ ਨੇ। ਇਹ ਕਿੱਦਾਂ ਜਦੋਂ ਇਕੱਠੇ ਹੋ ਜਾਂਦੇ ਆ, ਕਿਵੇਂ ਉਹਨੂੰ ਦੇਖਦੇ ਆ? ਦੇਖੋ, ਬਹੁਤ ਵਾਰ ਸਾਨੂੰ ਵੀ ਕੁਝ ਵੀਰ ਭੈਣਾਂ ਕਹਿਣਗੇ ਕਿ ਤੁਸੀਂ ਖਾਲਿਸਤਾਨ ਦਾ ਕਨਸਟੀਟਿਊਸ਼ਨ ਕਿਉਂ ਨਹੀਂ ਜਾਰੀ ਕਰਦੇ, ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜਿਹੜਾ ਆਜ਼ਾਦੀ ਦਾ ਪਹਿਲਾ ਸਟੈਪ ਹੁੰਦਾ ਹੈ, ਉਹ ਰਿਜ਼ੋਲਵ ਹੁੰਦਾ ਹੈ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ, ਅਸੀਂ ਆਜ਼ਾਦ ਹੋਣਾ ਜਦੋਂ ਜ਼ੁਲਮ ਦੀ ਅਖੀਰ ਹੋ ਜਾਂਦੀ ਹੈ। ਕਨਸਟੀਟਿਊਸ਼ਨ ਜਦੋਂ ਮੁਲਕ ਆਜ਼ਾਦ ਹੋ ਜਾਂਦੇ ਨੇ, ਉਹਨਾਂ ਦੇ ਲੋਕ ਡਿਸਕਸ ਕਰਕੇ ਬਣਾਉਂਦੇ ਨੇ। ਜਿਵੇਂ ਤੁਸੀਂ 250 ਸਾਲਾਂ ਦਾ ਜ਼ਿਕਰ ਕੀਤਾ ਹੈ, 4 ਜੁਲਾਈ 1776 ਨੂੰ ਪੈਨਸਿਲਵੇਨੀਆ ਸਟੇਟ ਦੇ ਫਿਲਾਡੈਲਫੀਆ, ਜਿਹੜੀ ਉਦੋਂ ਅਮਰੀਕਾ ਦੀ ਕੈਪੀਟਲ ਹੀ ਕਹੀ ਜਾ ਸਕਦੀ ਹੈ, 13 ਕਾਲੋਨੀਜ਼ ਜਿਹੜੀਆਂ ਬ੍ਰਿਟਿਸ਼ ਕਾਲੋਨੀ ਸੀ, ਉਹਨਾਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਰਿਜ਼ੋਲਵ ਕੀਤਾ ਕਿ ਇਨਫ ਇਜ਼ ਇਨਫ, ਹੁਣ ਅਸੀਂ ਬ੍ਰਿਟਿਸ਼ ਕਲੋਨੀਅਲ ਦੇ ਥੱਲੇ ਨਹੀਂ ਰਹਿਣਾ, ਆਜ਼ਾਦ। ਉਹਨਾਂ ਨੇ ਫਰੀडम ਬੈਲ ਵਜਾਈ ਤੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਥਾਮਸ ਜੈਫਰਸਨ ਨੇ ਲਿਖੀ, ਉਹ ਜਾਰੀ ਕੀਤੀ। ਜੰਗ ਸ਼ੁਰੂ ਹੋ ਗਿਆ, ਜਿਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ। 4 ਸਾਲ ਬਾਅਦ ਅਮਰੀਕਾ ਦੀ ਫਤਹ ਹੋਈ, ਲਗਭਗ 15 ਸਾਲ ਬਾਅਦ ਕਨਸਟੀਟਿਊਸ਼ਨ ਅਮਰੀਕਾ ਦਾ ਬਣਿਆ। ਸੋ ਜਿਹੜੀ ਅਹਿਮੀਅਤ 4 ਜੁਲਾਈ 1776 ਦੀ ਹੈ, ਉਹੀ 29 ਅਪ੍ਰੈਲ 1986 ਦੀ ਹੈ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਮਝਣ ਦੀ ਜ਼ਰੂਰਤ ਆ। ਹਾਂ, ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਵੇਂ ਸੰਤ ਪਿੰਡਾਂ ਵਾਲਿਆਂ ਨੇ ਕਿਹਾ ਸੀ ਕਿ ਜਿੱਦਣ ਫੌਜ ਆ ਗਈ ਫਿਰ ਤੁਹਾਡੇ ਨਾਲ ਸਾਡਾ ਕੋਈ ਸੰਬੰਧ ਨਹੀਂ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ ਇਹ ਸਾਡੇ ਲਈ ਜਿੱਥੇ ਇਹ 40ਵਾਂ। ਸੋ ਡਾਕਟਰ ਸਾਹਿਬ, ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਉਹ 40 ਸਾਲ ਕਿਉਂ ਇੰਪੋਰਟੈਂਟ ਆ, ਵੀ ਕਿਉਂ ਵਕਤ ਲੱਗਦਾ ਹੈ ਸਾਰੀਆਂ ਚੀਜ਼ਾਂ ਨੂੰ। ਅੱਛਾ, ਮੈਂ ਡਾਕਟਰ ਸਾਹਿਬ ਇੱਥੇ ਇਹ ਪੁੱਛਣਾ ਚਾਹੁੰਦਾ, ਆਪਾਂ ਪਿਛਲੀ ਵਾਰ ਵੀ ਇਹ ਗੱਲ ਕੀਤੀ ਸੀ, ਤੁਸੀਂ ਇਹ ਦੱਸਿਆ ਸੀਗਾ ਵੀ ਜਿਹੜੇ ਮੁਲਕ ਹੁੰਦੇ ਨੇ ਉਹਨਾਂ ਨੂੰ, ਜਿੱਦਾਂ ਹੁਣ ਕੈਨੇਡਾ ਤੇ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ, ਵੀ ਉਹ ਕੈਨੇਡਾ ਵਾਲੇ ਤੇ ਇੰਡੀਆ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਇੱਦਾਂ ਲੱਗਦਾ ਵੀ ਜੁੜ ਗਏ ਆ। ਭਾਈ ਨਿੱਜਰ ਦੀ ਸ਼ਹਾਦਤ, ਉਹਦੇ ਬਾਰੇ ਜਦੋਂ ਕੇਸ ਦੇ ਵਿੱਚ ਇਨਫੋਰਮੇਸ਼ਨ ਦੇਣ ਦੀ ਗੱਲ, ਉਹ ਕਹਿੰਦੇ ਵੀ ਅਸੀਂ ਲਗਾ ਲੈਣੀ ਆ। ਉਹਨਾਂ ਦਾ ਬਾਰ-ਬਾਰ ਉੱਥੇ ਜਾਣਾ, ਉਹਨਾਂ ਦੇ ਆਪਣੇ ਜਿਹੜੇ ਨਿੱਜੀ ਮਫਾਦ ਆ ਉਹਨਾਂ ਨੂੰ ਮੋਹਰੇ ਕਰ ਦਿੱਤਾ ਆ। ਸੋ ਇਸ ਸੰਦਰਭ ਦੇ ਵਿੱਚ ਸਿੱਖਾਂ ਨੂੰ ਇਸ ਪੂਰੇ ਵਰਤਾਰੇ ਨੂੰ ਕਿਵੇਂ ਸਮਝਣਾ ਹੈ? ਦੇਖੋ, 19ਵੀਂ ਸਦੀ ਦੇ ਅਖੀਰ ਦੇ ਵਿੱਚ
ਇੱਕ ਸਲੋਗਨ ਉੱਭਰਿਆ ਸੀ, ਯੂ ਵਿਲ ਇਟ ਯੂ ਵਿਨ ਇਟ। ਸਾਡੇ ਗੁਰੂ ਨੇ 3 ਸਦੀਆਂ ਪਹਿਲਾਂ ਸਾਨੂੰ ਸਲੋਗਨ ਦਿੱਤਾ ਸੀ, ਨਿਸ਼ਚੈ ਕਰ ਆਪਣੀ ਜੀਤ ਕਰੋ। ਸੋ ਪਹਿਲੀ ਗੱਲ ਤਾਂ ਸਿੱਖਾਂ ਨੂੰ ਇਹ ਕਨਕਲੂਡ ਕਰ ਲੈਣਾ ਚਾਹੀਦਾ ਹੈ, ਔਰ ਜਿਹੜਾ ਉਹਨਾਂ ਨੇ ਕੀਤਾ ਹੋਇਆ 42 ਸਾਲਾਂ ਤੋਂ ਕਿ ਔਰ ਇਹਨਾਂ 42 ਸਾਲਾਂ 'ਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹਨੇ ਸਾਨੂੰ ਯਕੀਨ ਕਰਵਾਇਆ ਹੋਵੇ ਵੀ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਹੋ ਸਕਦਾ ਹੈ। ਜਦੋਂ ਤੁਸੀਂ ਰਿਜ਼ੋਲਵ ਕਰਦੇ ਹੋ, ਇੰਟਰਨੈਸ਼ਨਲ ਹਾਲਾਤ ਬਦਲਦੇ ਰਹਿੰਦੇ ਨੇ, ਮੁਲਕਾਂ ਦੇ ਆਪਣੇ ਨੈਸ਼ਨਲ ਇੰਟਰਸਟ ਹੁੰਦੇ ਨੇ, ਫਾਈਨੈਂਸ਼ੀਅਲ ਇੰਟਰਸਟ ਹੁੰਦੇ ਨੇ, ਕਈ ਵਾਰ ਸਟ੍ਰੈਟੇਜਿਕ ਇੰਟਰਸਟ ਹੁੰਦੇ ਨੇ। ਹੁਣ ਕਿਹਨੇ ਇਮੇਜਿਨ ਕੀਤਾ ਸੀ ਕਿ ਈਰਾਨ ਵਰਗਾ ਇੱਕ ਛੋਟਾ ਜਿਹਾ ਟੁੱਟਾ ਪੁੱਟਾ ਮੁਲਕ ਜਿਹਨੂੰ ਪਿਛਲੇ 1979 ਤੋਂ ਬਾਅਦ 47 ਸਾਲਾਂ ਤੋਂ ਸੈਂਕਸ਼ਨਸ ਦੇ ਥੱਲੇ ਦਬੋਚਿਆ ਹੋਇਆ ਹੈ, ਉਹ ਇੰਨੀ ਵੱਡੀ ਸੁਪਰ ਪਾਵਰ ਔਰ ਇੰਨੀ ਪਾਵਰਫੁਲ ਆਰਮੀ ਔਰ ਨੇਵੀ ਨੂੰ ਪਿਛਲੇ 3 ਮਹੀਨੇ ਤੋਂ ਉਲਝਾ ਕੇ ਰੱਖਿਆ ਹੈ। ਸੋ ਇਹ ਬਦਲਦਾ ਰਹਿੰਦਾ। ਅੱਜ ਸਟੇਟ ਆਫ ਹਾਰਮਿਊਜ਼ ਉਹਦੇ ਕੋਲ ਹੈ, ਅਮਰੀਕਾ ਕੋਸ਼ਿਸ਼ ਕਰ ਰਿਹਾ ਉਹਨੂੰ ਖੁਲਾਇਆ ਜਾਏ। ਸੋ ਅਸੀਂ ਸਮਝਦੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਦੀ ਇਹ ਵਪਾਰਕ ਮਜਬੂਰੀ ਬਣ ਗਈ। ਅਮਰੀਕਾ ਨੇ ਛਿੜਕ ਕੇ ਸਿੱਟਿਆ, ਇਕਨੋਮੀ ਥੱਲੇ ਨੂੰ ਜਾ ਰਹੀ ਸੀ, ਇੰਡੀਆ ਦੇ ਨਾਲ ਉਹਨਾਂ ਨੇ ਟ੍ਰੇਡ ਕਰ ਲਿਆ, ਪਰ ਇਹ ਕੋਈ ਪਰਮਾਨੈਂਟ ਅਲਾਈਅੰਸ ਨਹੀਂ ਹੈ। ਵਕਤੀ ਤੌਰ ਦੇ ਉੱਤੇ ਅੱਜ ਇੰਡੀਆ ਦਾ ਹਾਲ ਇਹ ਹੈ, ਜੇ ਤੁਸੀਂ 2 ਦਿਨ ਪਹਿਲਾਂ ਦੀ ਖਬਰ ਦੇਖੀ ਹੋਏ ਕਿ $13 ਬਿਲੀਅਨ ਦਾ ਸੋਨਾ ਹਾਂਜੀ ਇੰਡੀਆ ਨੇ ਵਿੱਚ। ਹੁਣ ਇਹ ਕੀ ਹਾਲਾਤ ਨੇ? ਸੋਵੀਅਤ ਯੂਨੀਅਨ ਵੱਲ ਨਜ਼ਰ ਮਾਰੋ, ਇੱਦਾਂ ਹੀ ਟੁੱਟਾ ਸੀ, ਇਵੇਂ ਹੀ ਟੁੱਟਿਆ ਸੀ। ਸੋ ਜਦੋਂ ਇਕਨੋਮਿਕਲ ਵੱਡੇ ਮੁਲਕ ਉਦੋਂ ਹੀ ਟੁੱਟਦੇ ਨੇ ਜਦੋਂ ਇਕਨੋਮਿਕਲ ਵਾਇਬਿਲਿਟੀ ਖਤਮ ਹੋਣੀ ਸ਼ੁਰੂ ਹੋ ਜਾਂਦੀ। ਸੋ ਇੰਡੀਆ ਆਲਮੋਸਟ ਉਸ ਰਾਹ ਤੇ ਪੈ ਚੁੱਕਾ ਹੈ। ਇਕਨੋਮੀ ਉਹਨਾਂ ਦੀ 3% 3.5% ਦੀ ਗਰੋਥ ਹੈ, ਕਲੇਮ 7 ਕਰਨ, ਝੂਠ ਬੋਲਣ, ਔਰ 6ਵੇਂ ਪਾਇਦਾਨ ਤੇ ਚਲੀ ਗਈ। ਕਿੱਥੇ ਕਹਿਣ ਲੱਗੇ ਸੀ ਜੀ ਅਸੀਂ ਚੌਥੀ ਵੱਡੀ ਇਕਨੋਮੀ ਬਣ ਗਏ। ਔਰ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਸਿੱਖਾਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੰਡੀਆ ਦਾ ਐਕਸਪੋਜ਼ ਹੋਣਾ, ਸਿੱਖ ਐਜ਼ ਏ ਸੌਫਟ ਪਾਵਰ ਐਮਰਜ ਹੋਣਾ, ਇਹ ਸਾਰੇ ਹਾਲਾਤ ਨੇ। ਮੈਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਾ ਸਾਨੂੰ ਖਾਲਿਸਤਾਨ ਅਮਰੀਕਾ ਨੇ ਲੈ ਕੇ ਦੇਣਾ ਹਾਲਾਤ, ਕਿਉਂਕਿ ਅਮਰੀਕਾ ਦੇ ਇੰਟਰਸਟ ਸਾਡੇ ਨਾਲ ਰਲ ਜਾਂਦੇ ਨੇ, ਵੈਲਿਊ ਸਿਸਟਮ ਪੈਰਲਲ ਰਨ ਕਰਦੇ। ਉਹ ਸਾਰੇ ਖਿੱਤੇ ਦੇ ਵਿੱਚ ਸਾਡੀ ਹੋਂਦ ਜਿਹੜੀ ਹੈ, ਦੋਨੋਂ ਹੀ ਜਿਹੜੀਆਂ ਹੌਸਟਾਈਲ ਪਾਵਰਸ ਨੇ 1000 ਸਾਲ ਤੋਂ ਹਿੰਦੂਆਂ ਔਰ ਮੁਸਲਮਾਨਾਂ ਦਾ ਤਕਰਾਰ, ਅਸੀਂ ਇੱਕ ਬਫਰ ਸਟੇਟ ਦੇ ਤੌਰ ਤੇ ਹੈ, ਚਾਈਨਾ ਨੂੰ ਵੀ ਰਲਾ ਲਈਏ ਤੇ ਨਿਊਕਲੀਅਰ ਪਾਵਰ ਦੇ ਵਿਚਾਲੇ ਹੈ ਅਸੀਂ। ਔਰ ਇਹ ਸਾਰੇ ਫੈਕਟਰ ਅਲਟੀਮੇਟਲੀ ਇੱਕ ਦਿਨ ਇਹਨਾਂ ਨੂੰ ਕੰਸੀਡਰ ਕਰਨੇ ਪੈਣਗੇ, ਇਹਨਾਂ ਨੂੰ ਹਮਾਇਤ ਕਰਨੀ ਪਏਗੀ। ਹਾਲਾਤ ਇਵੇਂ ਹੀ ਬਣਦੇ ਹੁੰਦੇ ਨੇ। ਸੋ ਇਹ ਠੀਕ ਹੈ ਵੀ ਸਾਨੂੰ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲਹਿ ਨਿਜ ਬਲ, ਟੇਕ ਆਪਣੇ ਗੁਰੂ ਤੇ ਭਰੋਸਾ, ਗੁਰੂ ਤੇ ਔਰ ਗੁਰੂ ਦੇ ਆਸਰੇ ਆਪਣੇ ਬਾਹੂਬਲ ਤੇ ਸਾਡਾ ਭਰੋਸਾ ਹੋਣਾ ਚਾਹੀਦਾ ਹੈ। ਬਾਕੀ ਹਾਲਾਤ ਜਿਹੜੇ ਨੇ ਇਸ ਵੇਲੇ ਮੈਪ ਮੇਕਿੰਗ ਸਾਡੇ ਖਿੱਤੇ ਵੱਲ ਜਾ ਰਹੀ ਹੈ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਵੀ 2 ਦਿਨ ਪਹਿਲਾਂ ਵਾਸ਼ਿੰਗਟਨ DC ਦੇ ਵਿੱਚ ਉੱਥੇ ਅਰਦਾਸ ਹੁੰਦੀ ਆ ਸੈਨੇਟ 'ਚ, ਉਦੋਂ ਫਿਰ ਇਦਾਂ ਦੀ ਚੀਜ਼ ਇੱਕ ਈਸਟ ਕੋਸਟ ਤੇ ਇੱਕ ਵੈਸਟ ਕੋਸਟ ਤੇ ਵੱਡੇ ਜਿਹੜੇ ਪ੍ਰੋਗਰਾਮ ਆ, ਆਲਰੇਡੀ ਇੰਡੀਆ ਵਾਲੇ ਕਾਕਰੋਚਾਂ ਦੇ ਨਾਲ ਹਿੱਲੇ ਪਏ ਆ ਉੱਥੇ। ਇਹ ਜਦੋਂ ਨਾਲ ਆ ਚੀਜ਼ ਜਿਹੜੀ ਆਉਂਦੀ ਆ, ਉਹਨਾਂ ਨੂੰ ਫਿਰ ਜ਼ਿਆਦਾ ਹੋਰ ਝਟਕਾ ਲੱਗਦਾ ਵੀ ਦੁਨੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ, ਅਮਰੀਕਾ ਦੇ ਵਰਗੇ ਮੁਲਕ ਦੇ ਇੰਨੇ ਵੱਡੇ ਸ਼ਹਿਰਾਂ 'ਚ ਸਾਰਾ ਕੁਝ ਹੋ ਰਿਹਾ ਹੈ। ਦੇਖੋ, ਦੁਨੀਆ ਦੇ ਜਿਵੇਂ ਮੈਂ ਕਿਹਾ 193 ਮੁਲਕ ਨੇ। ਮੇਰਾ ਖਿਆਲ ਹੈ ਜੇ ਪੋਲੀਟੀਕਲ ਕਾਕਸਿਸ ਕਹਿਣਾ ਹੋਏ ਵਾਸ਼ਿੰਗਟਨ DC ਦੇ ਵਿੱਚ, ਸ਼ਾਇਦ 20 ਤੋਂ ਜ਼ਿਆਦਾ ਨਹੀਂ ਹੋਣਗੀਆਂ। ਸੋ ਆਲਰੇਡੀ ਇੱਕ ਮਾਈਨੋਰਿਟੀ ਸਿੱਖ ਕਮਿਊਨਿਟੀ, ਜਿਹੜੇ ਅਸੀਂ 1 ਮਿਲੀਅਨ ਦੇ ਲਗਭਗ ਹੈ ਅਮਰੀਕਾ 'ਚ, ਜੇ 50 ਕਾਂਗਰਸਮੈਨ ਅਕ੍ਰੋਸ ਦਾ ਲਾਈਨ ਬਾਈਪਾਰਟੀਸਨ ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ, ਇਹ ਸਾਡੀ ਪੋਲੀਟੀਕਲ ਪਾਵਰ ਨੂੰ ਸ਼ੋਅ ਕਰਦਾ ਹੈ। ਪਹਿਲਾ ਪਾਰਟ। ਨਗਰ ਕੀਰਤਨ ਸਾਡੇ ਬੇਸ਼ੱਕ ਅਸੀਂ ਗੁਰੂ ਦੇ ਪ੍ਰਤੀ ਸ਼ਰਧਾਵਾਨ ਹੋਣ ਦੇ ਨਾਤੇ ਕਰਦੇ ਹਾਂ, ਪਰ ਇਹ ਵੀ ਸੌਫਟ ਪਾਵਰ ਹੈ। ਜਦੋਂ ਪੋਲੀਟੀਸ਼ੀਅਨ, ਲਾਅ ਮੇਕਰ ਦੇਖਦੇ ਨੇ। ਬਿਲਕੁਲ। ਸੈਕੰਡਲੀ, ਜਿਵੇਂ ਕੋਵਿਡ ਦੇ ਚੱਲਦੇ ਆ, ਸਿੱਖਾਂ ਨੇ ਆਪਣਾ ਰੋਲ ਨਿਭਾਇਆ ਔਰ ਹਰ ਕ੍ਰਾਈਸਿਸ ਦੇ ਵੇਲੇ ਸਿੱਖ ਮੂਹਰਲੀ ਕਤਾਰ ਜਾ ਕੇ ਖਲੋਂਦੇ ਨੇ। ਸੋ ਮੈਂ ਸਮਝਦਾ ਵੀ ਇਹ ਸਾਰੇ ਫੈਕਟਰ ਮੈਟਰ ਕਰਦੇ ਨੇ, ਇੰਡੀਆ ਨੂੰ ਇਹ ਤਕਲੀਫ ਦਿੰਦੇ ਨੇ। ਇਹੀ ਕਾਰਨ ਹੈ ਕਿ ਉਹਨਾਂ ਦਾ IT ਸੈੱਲ ਬੈਠਾ ਹੋਇਆ ਇੰਟਰਨੈਟ ਦੇ ਉੱਤੇ, ਕੋਈ ਨਾ ਕੋਈ ਸ਼ਰਾਰਤ ਕਰਦਾ ਹੈ। ਹੁਣ ਜਿਵੇਂ ਇੰਗਲੈਂਡ ਦਾ ਵਾਕਿਆ ਹੋਇਆ,
ਉਹਦੇ ਜੇ ਸਾਹਮਣੇ ਆਇਆ ਵੀ ਜਿਹੜਾ ਮਾਰਨ ਵਾਲਾ ਹੈ 23-24 ਸਾਲਾ ਵਿਕਰਮ ਨੌਜਵਾਨ, ਉਹ ਨਿਡਰ ਸਿੰਘ ਨਾਂ ਦੇ ਇੱਕ ਸਨਾਤਨੀ RSS ਅਖੌਤੀ ਨਿਹੰਗ ਦਾ ਚੇਲਾ ਹੈ। ਹੁਣ ਤੁਸੀਂ ਇਹਨੂੰ ਜੇ ਲਿੰਕ ਕਰਕੇ ਦੇਖੋਗੇ, ਔਰ ਜਿਵੇਂ ਇੰਡੀਅਨ ਮੀਡੀਆ ਨੇ ਇਹਨੂੰ ਨੈਗੇਟਿਵਿਟੀ ਪ੍ਰੋਜੈਕਟ ਕੀਤਾ ਹੈ, ਲੱਗਦਾ ਵੀ ਕਾਰੇ ਇਹਨਾਂ ਦਾ ਹੋ ਸਕਦਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਆ ਕੈਨੇਡਾ ਦੇ ਵਿੱਚ ਸਾਡੇ ਸ਼ਹੀਦਾਂ ਦੀਆਂ ਅਸੀਂ ਤਸਵੀਰਾਂ ਲੈ ਕੇ ਨਿਕਲਦੇ ਆ ਨਗਰ ਕੀਰਤਨਾਂ 'ਚ, ਇਹਨੂੰ ਰੁਕਵਾਉਣ ਲਈ, ਖਾਲਿਸਤਾਨ ਦੇ ਝੰਡੇ ਨੂੰ ਬਲੌਕ ਕਰਨ ਲਈ ਕਿਸ ਲੈਵਲ ਦੀ ਨੈਗੇਟਿਵਿਟੀ ਕਰਦੇ ਨੇ, ਜਦੋਂ ਕਿ ਇਹਨਾਂ ਦਾ ਆਪਣਾ ਸਵਾਸਤਿਕਾ ਜਿਹੜਾ ਨਾਜ਼ੀ ਪਾਰਟੀ ਦਾ ਵੀ ਨਿਸ਼ਾਨ ਸੀ। ਵੀ ਲੈ ਦੇਖ ਕੇ ਤੁਸੀਂ, ਪਰ ਮੈਂ ਸਮਝਦਾ ਵੀ ਸਾਨੂੰ ਸ਼ਾਇਸਤਗੀ ਕਾਇਮ ਰੱਖਣੀ ਚਾਹੀਦੀ ਹੈ। ਸਾਡਾ ਕੇਸ ਸੱਚ, ਹੱਕ, ਇਨਸਾਫ ਤੇ ਆਧਾਰਿਤ ਹੈ। ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ। ਸਾਨੂੰ ਗਾਲੀ ਗਲੋਚ ਦੀ ਰਾਜਨੀਤੀ 'ਚ ਪੈਣ ਦੀ ਲੋੜ ਨਹੀਂ। ਸਾਨੂੰ ਸੌਫਟ ਸਪੋਕਨ ਹੋ ਕੇ ਆਪਣੇ ਕੇਸ ਦੀ ਪ੍ਰੈਜੈਂਟੇਸ਼ਨ ਦੇਣ ਦੀ ਲੋੜ ਹੈ। ਔਰ ਅਲਟੀਮੇਟਲੀ ਸੱਚ ਸਾਡੇ ਨਾਲ ਹੈ, ਔਰ ਅਸੀਂ ਅਲਟੀਮੇਟਲੀ ਫਰੀडम ਜਿੱਤਣੀ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਣ ਜਾ ਰਿਹਾ ਹੈ, ਔਰ ਹਾਲਾਤ ਉਸ ਪਾਸੇ ਦੀ ਨਿਸ਼ਾਨਦੇਹੀ ਕਰਦੇ ਨੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬੜੀ ਮਿਹਰਬਾਨੀ ਗੱਲਬਾਤ ਕਰਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।